ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਕੋਵਿਡ-19 ਨੇ ਸਾਨੂੰ ਬਹੁਤ ਇੰਪੈਕਟ ਕੀਤਾ ਚਾਹੇ ਉਹਦੇ ਵੇਰੀਐਂਟ ਹੋਣ ਵੇਰੀਐਂਟ ਸਾਊਥ ਅਫਰੀਕਾ ਤੋਂ ਹੋਣ ਯੂਕੇ ਤੋਂ ਹੋਣ ਚਾਹੇ ਅਸੀਂ ਹੁਣ ਬ੍ਰਾਜ਼ੀਲ ਤੇ ਨਾਲ ਨਾਈਜੀਰੀਆ ਦੇ ਵੇਰੀਐਂਟ ਵੀ ਦੇਖ ਰਹੇ ਹਾਂ। ਨਾਈਜੀਰੀਆ ਦੇ ਜਿਹੜੇ ਵੇਰੀਐਂਟ ਆ ਉਹਨਾਂ ਬਾਰੇ ਰਿਪੋਰਟ ਹਜੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਦਾ ਇਹ ਵੇਰੀਐਂਟ ਹੈ ਪਰ ਨਾਲ ਵੈਕਸੀਨੇਸ਼ਨ ਪ੍ਰੋਸੈਸ ਜਿੱਥੇ ਇੱਕ ਤਰ੍ਹਾਂ ਦਾ ਰੁਕ ਜੇ ਗਿਆ ਸੀ ਪਰ ਹੁਣ ਫੇਰ ਤੋਂ ਸਪੀਡ ਅਪ ਹੋ ਗਿਆ ਕੈਨੇਡਾ ਦੇ ਵਿੱਚ। ਹੁਣ ਬਹੁਤ ਸਾਰੇ ਲੋਕਾਂ ਨੂੰ ਪਹਿਲੀ ਡੋਜ਼ ਲੱਗ ਗਈ ਹੈ। BC ਦੇ ਵਿੱਚ ਡਾਕਟਰ ਬੋਨੀ ਹੈਨਰੀ ਨੇ ਕਿਹਾ ਸੀ ਕਿ 42 ਦਿਨ ਤੋਂ ਬਾਅਦ ਡੋਜ਼ ਲੱਗਣੀ ਹੈ ਤੇ ਸ਼ਾਇਦ 3 ਮਹੀਨੇ ਦਾ ਗੈਪ ਵੀ ਹੋ ਸਕਦਾ ਹੈ। ਹੁਣ ਲੋਕਾਂ ਦੇ ਵਿੱਚ ਇਹ ਵੀ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਕਿ ਕੌਨਫੀਡੈਂਸ ਕਿਉਂ ਹੋਣਾ ਚਾਹੀਦਾ ਸਿਸਟਮ 'ਚ, ਸਾਨੂੰ ਇੰਜੈਕਸ਼ਨ ਆਖਿਰ ਲਗਵਾਉਣਾ ਕਿਉਂ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕ ਕੁਐਸਚਨ ਮਾਰਕ ਲਗਾ ਰਹੇ ਨੇ ਕਿ ਸਾਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ ਲਗਵਾਉਣੀ ਚਾਹੀਦੀ, ਕਿਸ ਤਰ੍ਹਾਂ ਦੀ ਵੈਕਸੀਨ ਹੈ, ਕਿਉਂਕਿ ਕਦੇ ਫਾਈਜ਼ਰ ਦੀ ਗੱਲ ਆਉਂਦੀ ਹੈ ਕਦੇ ਮੋਡਰਨਾ ਦੀ ਗੱਲ ਆਉਂਦੀ ਹੈ ਤੇ ਬਾਕੀ ਹਜੇ ਹੈਲਥ ਕੈਨੇਡਾ ਨੇ ਅਪਰੂਵ ਨਹੀਂ ਕੀਤੀਆਂ ਕੈਨੇਡਾ ਦੇ ਵਿੱਚ ਵੈਕਸੀਨੇਸ਼ਨਸ। ਇਹ ਸਭ ਬਾਰੇ ਅੱਜ ਗੱਲਬਾਤ ਹੋਵੇਗੀ ਤੇ ਅੱਜ ਉਹਨਾਂ ਨਾਲ ਗੱਲਬਾਤ ਹੋਵੇਗੀ ਜਿਨ੍ਹਾਂ ਨੇ ਆਲਰੇਡੀ ਪਹਿਲੀ ਡੋਜ਼ ਵੈਕਸੀਨ ਦੀ ਲੈ ਲਈ ਹੈ। ਹਰ ਵਾਰ ਸਾਨੂੰ ਇਨਫੋਰਮੇਸ਼ਨ ਪਹੁੰਚਾਉਂਦੇ ਆ ਤੇ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਐਂਡ ਸਾਰਿਆਂ ਨੂੰ ਮੇਰੇ ਵੱਲੋਂ ਵਿਸ਼ੇਸ। I think ਆਪਾਂ ਨੇ ਬਹੁਤ ਪ੍ਰੋਗਰਾਮ ਕੀਤੇ ਨੇ ਕੋਵਿਡ-19 ਦੇ ਤੇ ਕੋਵਿਡ-19 ਦਾ ਸ਼ੁਰੂ ਤੋਂ ਲੈ ਕੇ ਜਦੋਂ ਵਿਚਕਾਰ ਵੀ ਕੰਮ ਵੀ ਠੀਕ ਹੋ ਗਿਆ ਫਿਰ ਗੜਬੜ ਹੋ ਗਈ। ਹੁਣ ਜਿਹੜਾ ਟਾਈਮ ਆ ਗਿਆ ਕਿ ਜਿਸ ਤਰ੍ਹਾਂ ਆਪਣਾ ਟੌਪਿਕ ਅੱਜ ਵੀ ਲੋਕਾਂ ਦਾ ਕੌਨਫੀਡੈਂਸ ਸਿਸਟਮ ਵਿੱਚ ਕਿਉਂ ਹੋਣਾ ਚਾਹੀਦਾ, ਕਿਉਂਕਿ ਕੌਨਫੀਡੈਂਸ ਹੁੰਦਾ ਵੀ ਬੇਸਡ ਔਨ ਦਾ ਫੈਕਟਸ, ਇਮੋਸ਼ਨਸ ਤੇ ਨਹੀਂ ਹੁੰਦਾ ਵੀ ਆਪਾਂ ਅਪ ਐਂਡ ਡਾਊਨ ਚਲੇ ਗਏ। ਇੱਕ ਹਫ਼ਤਾ ਉੱਪਰ, ਇੱਕ ਹਫ਼ਤਾ ਖੁਸ਼ ਹੋ ਗਏ, ਇੱਕ ਹਫ਼ਤਾ ਗੁੱਸੇ ਹੋ ਗਏ, ਫਿਰ ਕਹਿਤਾ ਵੀ ਆਹ ਗੱਲ ਨਹੀਂ ਹੋਈ, ਇਹ ਗੱਲ ਨਹੀਂ ਹੋਈ। ਪਰ ਇਹ ਧਿਆਨ ਰੱਖੋ ਵੀ ਦੁਨੀਆ ਦੇ ਵਿੱਚ ਜੇ ਕੋਈ ਕੰਟਰੀ ਹੈਗਾ ਜਿਨ੍ਹਾਂ ਨੇ ਵੈਕਸੀਨੇਸ਼ਨ ਦੀਆਂ ਡੋਜ਼ ਆਰਡਰ ਕੀਤੀਆਂ ਸੀ, ਕੈਨੇਡਾ ਨੰਬਰ 1 ਤੇ ਸੀ। ਇੱਕ ਟਾਈਮ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਕ੍ਰਿਟਿਸਿਜ਼ਮ ਵੀ ਲੋਕ ਕਰਦੇ ਸੀ ਬਾਹਰ ਵੀ ਕੈਨੇਡਾ ਨੇ ਸਾਰੀਆਂ ਕਿਉਂ ਡੋਜ਼ਸ ਖਰੀਦ ਲਈਆਂ ਨੇ। 92 ਮਿਲੀਅਨ ਡੋਜ਼ਸ ਖਰੀਦੀਆਂ, ਫਿਰ ਥੋੜ੍ਹਾ ਜਿਹਾ ਲੇਟ ਹੋ ਗਿਆ ਕੰਮ, ਹੁਣ ਫਿਰ ਟਰੈਕ 'ਤੇ ਨੇ ਡੋਜ਼ਸ ਆ ਰਹੀਆਂ। ਤੇ ਉਹਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਐਜ਼ ਏ ਹੈਲਥ ਕੇਅਰ ਪ੍ਰੋਫੈਸ਼ਨਲ ਕੰਮ ਕਰਨਾ, ਮੈਂ ਆਪਣੇ ਆਫਿਸ ਦੇ ਵਿੱਚ ਤੇ ਉਹਦੇ ਨਾਲ ਹੁੰਦਾ ਵੀ ਸਾਡਾ ਐਕਸਪੋਜ਼ਰ ਹੁੰਦਾ। ਸੋ ਜਿਹੜੇ ਵੀ ਫਰੰਟ ਲਾਈਨ ਵਰਕਰ ਨੇ ਪਹਿਲਾਂ ਹਸਪੀਟਲ 'ਚ ਉਹਨਾਂ ਨੂੰ ਮਿਲਿਆ ਸੀ ਵੈਕਸੀਨੇਸ਼ਨ ਤੇ ਨਾਲ ਜਿਹੜੀ ਨਰਸਿਸ ਜਾਂ ਜੋ ਵੀ ਪਹਿਲਾਂ ਕੰਮ ਕਰਦੇ, ਹੁਣ ਉਹ ਜਿਹੜੇ ਕਮਿਊਨਿਟੀ ਬੇਸਡ ਆਫਿਸ ਨੇ ਉਹਨਾਂ ਨੂੰ ਕਿਹਾ। ਸੋ ਮੈਂ ਗਿਆ ਉੱਥੇ, ਮੈਂ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਮੇਰਾ ਤਕਰੀਬਨ ਸਾਰਾ ਸਟਾਫ ਵੀ ਲਵਾ ਰਿਹਾ ਇੰਜੈਕਸ਼ਨ, ਕਿਉਂਕਿ ਉਹਨਾਂ ਨੂੰ ਵੀ ਲਵਾਉਣੇ ਪੈਣਾ। ਪਰ ਇਹਦੇ ਵਿੱਚ ਮੈਂ ਐਕਸਪਲੇਨ ਕਰਨਾ ਚਾਹੁੰਦਾ ਕਿ ਸਿਸਟਮ ਜਿਹੜਾ ਨਾ ਬੜਾ ਸੋਹਣੇ ਤਰੀਕੇ ਨਾਲ ਆਰਗੇਨਾਈਜ਼ ਕੀਤਾ। ਮੈਂ ਦੱਸਣਾ ਕਿ ਤੁਸੀਂ ਆਪਣਾ ਜਦੋਂ ਵੀ ਤੁਹਾਡੀ ਵਾਰੀ ਆਈ ਤੁਸੀਂ ਆਪਣਾ ਨਾਂ ਰਜਿਸਟਰ ਕਰਨਾ, ਰਜਿਸਟਰ ਕਰਕੇ ਤੁਹਾਨੂੰ ਈਮੇਲ ਆਏਗੀ, ਉਹ ਤੁਹਾਨੂੰ ਜਾਂ ਸੈੱਲ ਫੋਨ ਤੇ ਟੈਕਸਟ ਕਰਦੇ ਨੇ। ਫਿਰ ਲੋਕੇਸ਼ਨ ਤੁਸੀਂ ਆਪ ਚੂਜ਼ ਕਰਨੀ ਹੈ। ਲੋਕੇਸ਼ਨ ਤੇ ਜਾ ਕੇ ਮੈਂ ਤੇ ਗਿਆ ਸੀ ਲੈਂਗਲੀ ਬਾਈਪਾਸ ਦੀ ਲੋਕੇਸ਼ਨ ਤੇ, ਉੱਥੇ ਹੈਗਾ ਡਰਾਈਵ-ਇਨ ਵਾਲਾ ਕੰਮ ਵਿਚ ਇਜ਼ ਬਹੁਤ ਹੀ ਚੰਗਾ ਤਰੀਕੇ ਨਾਲ ਮੈਨੇਜ ਕੀਤਾ ਕਿ ਤੁਸੀਂ ਜਾਣਾ, ਤੁਹਾਨੂੰ ਕਿਸੇ ਨੇ ਪਹਿਲਾਂ ਡਾਇਰੈਕਸ਼ਨ ਦੇਣੀ ਹੈ ਵੀ ਇੱਥੇ ਕਾਰ ਪਾਰਕ ਕਰੋ, ਫਿਰ ਜਾ ਕੇ ਤੁਹਾਨੂੰ ਇਨਫੋਰਮੇਸ਼ਨ ਦੁਬਾਰਾ ਮੰਗਦੇ ਨੇ ਤੁਹਾਡੇ ਕੋਲੋਂ, ਉਹਨਾਂ ਨੇ ਤੁਹਾਡਾ ਡੇਟ ਆਫ ਬਰਥ ਜਾਂ MSP ਸਾਰਾ ਕਨਫਰਮ ਕਰਨਾ। ਫਿਰ ਤੁਹਾਨੂੰ ਨੈਕਸਟ ਸਟੈਪ ਦੇ ਵਿੱਚ ਉਹਨਾਂ ਨੇ ਸਵਾਲ ਪੁੱਛਣੇ, ਪਹਿਲਾਂ ਸਵਾਲ ਪੁੱਛਣੇ ਵੀ ਤੁਹਾਨੂੰ ਕੋਈ ਐਲਰਜੀਜ਼ ਨਹੀਂ, ਕਿਸੇ ਚੀਜ਼ ਦੀ ਕੋਈ ਅਕਿਊਟ ਰਿਐਕਸ਼ਨ ਵਗੈਰਾ ਹੋਇਆ ਹੋਏ, ਤੇ ਉਸ ਤੋਂ ਬਾਅਦ ਫਿਰ ਨੈਕਸਟ ਜਾ ਕੇ ਤੇ ਤੁਹਾਨੂੰ ਇੰਜੈਕਸ਼ਨ ਲਾਣਾ। ਸੋ ਕਿਉਂਕਿ ਤੁਸੀਂ ਕਾਰ ਦੇ ਵਿੱਚ ਇੰਜੈਕਸ਼ਨ ਲਾਣਾ ਤਾਂ ਸਾਡੀ ਖੱਬੀ ਬਾਂਹ ਤੇ ਲਾ ਰਹੇ ਨੇ ਸਾਰਿਆਂ ਨੂੰ। ਸੋ ਫਿਰ ਉਹਦਾ ਮੈਂ ਤੇ ਮੇਰੀ ਡੋਜ਼ ਸੀ ਫਾਈਜ਼ਰ ਦੀ ਫਸਟ ਡੋਜ਼, ਸੋ ਲਵਾ ਕੇ ਫਿਰ ਤੁਹਾਨੂੰ 15 ਮਿੰਟ ਵੇਟ ਕਰਨਾ ਪੈਂਦਾ ਉਸੇ ਹੀ ਪਾਰਕਿੰਗ ਲਾਟ ਦੇ ਵਿੱਚ। ਸੋ ਸਿਸਟਮ ਇਹਨਾਂ ਦਾ ਬਹੁਤ ਆਰਗੇਨਾਈਜ਼ ਹੈ, ਬੜੇ ਸੋਹਣੇ ਤਰੀਕੇ ਨਾਲ ਆਰਗੇਨਾਈਜੇਸ਼ਨ ਕੀਤੀ ਹੈ, ਰਿਸਪੈਕਟਫੁਲ ਕੰਮ ਕਰਦੇ ਨੇ, ਐਕਸਪਲੇਨ ਕਰਦੇ ਨੇ, ਗੱਲ ਸਾਰੀ ਦੱਸਦੇ ਨੇ। ਤੇ ਇਹਦਾ ਇੱਕੋ ਹੈਗਾ ਵੀ ਜੇ ਤੁਸੀਂ ਜਦੋਂ ਜਾਣਾ, ਜਿੱਥੇ ਵੀ ਜਾਣਾ, 1 ਘੰਟਾ ਕੱਢ ਕੇ ਜਾਣਾ ਪੈਣਾ, ਕਾਹਲੀ ਨਾਲ ਕੰਮ ਨਹੀਂ ਬਣਨਾ ਵੀ ਜਾ ਕੇ ਫਟਾਫਟ ਨਹੀਂ ਹੋਣਾ। ਸੋ ਮੇਰਾ ਐਕਸਪੀਰੀਅੰਸ ਇਸ ਕੰਮ ਦਾ ਬੜਾ ਪੋਜ਼ਿਟਿਵ ਰਿਹਾ ਤੇ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਸਿਸਟਮ ਦੇ ਵਿੱਚ ਮੇਰਾ ਕੌਨਫੀਡੈਂਸ ਕੱਲਾ ਮੇਰਾ ਨਹੀਂ, ਬਾਕੀ ਵੀ ਲੋਕ ਮੇਰੇ ਵਾਂਗ ਬਹੁਤ ਨੇ ਜਿਹੜੇ ਲਵਾ ਰਹੇ ਨੇ। ਸੋ ਜਦੋਂ ਤੁਹਾਡੀ ਇੰਜੈਕਸ਼ਨ ਦੀ ਵਾਰੀ ਆਉਣੀ ਹੈ, ਕਿਉਂਕਿ ਆਫਿਸ ਵਿੱਚ ਤਾਂ ਨਹੀਂ ਲਾ ਸਕਦੇ, ਕਿਉਂਕਿ ਇਸ ਸਿਸਟਮ ਦੇ ਵਿੱਚ ਤੁਹਾਨੂੰ ਉਹਨਾਂ ਦਾ ਆਪਣਾ ਜਿਹੜਾ ਵੀ ਨੰਬਰ ਜਿਹੜਾ ਸਿਸਟਮ ਦੇ ਉਹਨਾਂ ਦਾ ਆਪਣਾ ਤਰੀਕਾ ਆਪਾਂ ਫੋਲੋ ਕਰਨਾ ਪੈਣਾ। ਡਾਕਟਰ ਜੀਮਾ, ਜਿੱਦਾਂ ਤੁਸੀਂ ਫਰਸਟ ਡੋਜ਼ ਆਲਰੇਡੀ ਰਿਸੀਵ ਕਰ ਲਈ ਹੈਗੀ ਹੈ, ਸਾਨੂੰ ਸਾਰਿਆਂ ਨੂੰ ਇਹ ਦਿਮਾਗ ਦੇ ਵਿੱਚ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਦੇ ਸਿੰਪਟਮ ਆਉਣਗੇ, ਰਿਐਕਸ਼ਨ ਬਹੁਤ ਵੱਡੇ ਲੈਵਲ ਦੇ ਉੱਤੇ ਹੈ, ਇਹਦੇ ਸਾਈਡ ਇਫੈਕਟ ਹੋ ਸਕਦੇ ਆ। ਇਸ ਤੋਂ ਬਾਅਦ ਜਦੋਂ ਤੁਸੀਂ ਪਹਿਲੀ ਡੋਜ਼ ਲਈ ਤੇ ਤੁਹਾਨੂੰ ਕਿਸ ਤਰ੍ਹਾਂ ਫੀਲ ਹੋਇਆ, ਕਿ ਕੋਈ ਸਿੰਪਟਮ ਆਏ ਜਾਂ ਨਾਰਮਲ ਜਿੱਦਾਂ ਆਪਾਂ ਦੂਜਾ ਵੈਕਸੀਨ ਲਗਵਾਉਂਦੇ ਆ, ਫਲੂ ਦੀ ਵੈਕਸੀਨ
ਵੈਕਸੀਨ ਲਗਵਾਉਂਦੇ ਆ ਉਸ ਤਰ੍ਹਾਂ ਹੀ ਹੁੰਦਾ। ਦੇਖੋ ਇਹ ਤੇ ਕਾਮਨ ਗੱਲ ਹੈ ਵੀ ਸੋਰਨੈਸ ਥੋੜੀ ਜਿਹੀ ਹੋਣੀ ਹੈ, ਥੋੜੀ ਜਿਹੀ ਸੋਜ ਵੀ ਹੋਣੀ ਹੈ, ਥੋੜੀ ਸੋਰਨੈਸ ਕਈ ਵਾਰੀ ਥੋੜਾ ਬਹੁਤਾ ਜਿਸ ਤਰ੍ਹਾਂ ਟਾਇਰਡਨੈਸ ਵੀ ਬੰਦਾ ਫੀਲ ਕਰ ਸਕਦਾ, ਪਰ ਇਹ ਹੁੰਦਾ ਵੀ ਇਹ ਨੈਚੁਰਲ ਹੈਗਾ ਕਿਉਂਕਿ ਇਹਦਾ ਮਕਸਦ ਕੀ ਹੈ, ਇੰਜੈਕਸ਼ਨ ਦਾ ਬਾਡੀ ਵਿੱਚ ਇੰਜੈਕਟ ਕਰਨਾ, ਉਹਨੇ ਬਾਡੀ ਨੇ ਰਿਐਕਟ ਕਰਨਾ, ਬਾਡੀ ਦਾ ਰਿਐਕਸ਼ਨ ਤੇ ਹੋਣਾ ਹੀ ਹੈ ਥੋੜਾ ਜਿਹਾ, ਪਰ ਜੇ ਬਾਡੀ ਦਾ ਰਿਐਕਸ਼ਨ ਬਿਲਕੁਲ ਨਹੀਂ ਹੋ ਰਿਹਾ ਤੇ ਉਹਨੇ ਐਂਟੀਬਾਡੀਜ਼ ਕਿੱਦਾਂ ਤਿਆਰ ਕਰਨੀਆਂ। ਸੋ ਇਹ ਨਾਰਮਲ ਗੱਲ ਹੈ, ਪਰ ਜੇ ਤੁਹਾਨੂੰ ਕੋਈ ਬੜਾ ਵੱਡਾ ਰਿਐਕਸ਼ਨ ਹੁੰਦਾ, ਸਪੋਜ਼ ਵੀ ਤੁਹਾਡੀ ਕੋਈ ਹਿਸਟਰੀ ਹੈਗੀ ਹੈ ਕੋਈ ਐਨਾਫਿਲੈਕਟਿਕ ਸ਼ੌਕ ਦੀ, ਉਹ ਵੱਖਰੀ ਗੱਲ ਹੈ, ਪਰ ਇਹ ਬੜਾ ਅੱਛਾ ਐਕਸਪੀਰੀਅੰਸ ਸੀ। ਸੋ ਜਿਹੜੀ ਨੈਕਸਟ ਡੋਜ਼ ਹੈ 42 ਦਿਨ ਦੇ ਬਾਅਦ ਹੋਣੀ ਹੈ, ਤੇ ਉਹ ਮੈਂ ਫਾਈਜ਼ਰ ਦਾ ਸੀ, ਮੈਨੂੰ ਤਾਂ ਉੱਥੇ ਫਾਈਜ਼ਰ ਦਾ ਇੰਜੈਕਸ਼ਨ ਮਿਲਿਆ। ਸੋ ਬਾਕੀਆਂ ਨੂੰ ਹੋ ਸਕਦਾ ਕਿਸੇ ਨੂੰ ਮੋਡਰਨਾ ਦਾ ਮਿਲੇ ਜਾਂ ਹੋ ਸਕਦਾ ਐਸਟਰਾਜ਼ੈਨੇਕਾ ਦਾ ਮਿਲੇ ਜਾਂ ਆਉਣ ਵਾਲੇ ਸਮੇਂ 'ਚ ਉਹ ਜਿਹੜੀ ਜੌਨਸਨ ਕੰਪਨੀ ਉਹਦਾ ਮਿਲੇ। ਗੱਲ ਤੇ ਹੈ ਵੀ ਸਿਸਟਮ ਦੇ ਵਿੱਚ ਕੌਨਫੀਡੈਂਸ ਹੋਣਾ ਬੜਾ ਜ਼ਰੂਰੀ ਹੈ। ਉਹ ਤਾਂ ਹੁੰਦਾ ਜੇ ਆਰਗੇਨਾਈਜੇਸ਼ਨ ਠੀਕ ਹੈ, ਆਰਗੇਨਾਈਜੇਸ਼ਨ ਦੇ ਪਿੱਛੇ ਜਿਹੜੇ ਲੋਕ ਕੰਮ ਕਰਦੇ ਪਏ ਨੇ ਉਹ ਠੀਕ ਹੈ, ਉਹਨਾਂ ਦੀ ਨੀਅਤ ਠੀਕ ਹੋਣੀ ਚਾਹੀਦੀ ਹੈ, ਤੇ ਇਹਦੇ ਵਿੱਚ ਮੈਂ ਸਮਝਦਾ ਬੜੇ ਸੋਹਣੇ ਤਰੀਕੇ ਨਾਲ ਕੰਮ ਹੋ ਰਿਹਾ। ਸੋ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਦੇਖਣ ਵਾਲੇ ਜਦੋਂ ਉਹਨਾਂ ਦੀ ਵਾਰੀ ਆਈ, ਕਿਉਂਕਿ ਇਹਨਾਂ ਨੇ ਕਈਆਂ ਜਗ੍ਹਾ ਤੇ ਆਰਗੇਨਾਈਜ਼ ਕਰਨਾ, ਸੋ ਸਾਨੂੰ ਚਾਹੀਦਾ ਵੀ ਪਾਰਟਿਸਿਪੇਟ ਕਰੀਏ, ਤੇ ਪਰ ਟਾਈਮ ਕੱਢ ਕੇ ਥੋੜਾ ਜਿਹਾ ਹੌਸਲਾ ਤੁਹਾਨੂੰ ਰੱਖ ਕੇ ਉੱਥੇ ਜਾਣਾ ਪੈਣਾ, ਕਾਹਲੀ ਨਹੀਂ ਕਰ ਸਕਦੇ। ਬਿਲਕੁਲ, ਕਿਉਂਕਿ ਹੁਣ ਜਿਹੜੀ ਹੈ ਵੈਕਸੀਨੇਸ਼ਨ ਜਿਹੜੀ ਆ ਉਹ ਲੈਵਲ ਵੱਡੇ ਦੇ ਉੱਤੇ ਲੱਗਣੀ ਸ਼ੁਰੂ ਹੋ ਗਈ ਹੈ, ਮਾਸ ਵੈਕਸੀਨੇਸ਼ਨ ਹੋਣੀ ਸ਼ੁਰੂ ਹੋ ਜਾਣੀ ਹੈ, ਕਿਉਂਕਿ ਹੁਣ ਸਰੀ ਦੇ ਵਿੱਚ ਵੀ ਇੱਕ ਅਲਾਟਮੈਂਟ ਹੋ ਗਈ ਹੈ ਕਿ ਜਿੱਥੇ ਸਾਰਿਆਂ ਨੂੰ ਡੋਜ਼ਸ ਲੱਗਣੀਆਂ ਨੇ, ਹਰ ਕਿਸੇ ਦੀ ਕਮਿਊਨਿਟੀ ਦੇ ਵਿੱਚ ਹੀ ਡੋਜ਼ਸ ਲੱਗ ਜਾਣੀਆਂ ਨੇ। ਹੁਣ ਤੁਹਾਨੂੰ ਜਦੋਂ ਕਿਹਾ ਸੀ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਆਪ ਕਰਵਾਉਣੀ ਪਈ ਸੀ, ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਕਾਲ ਕਰਨਗੇ ਪ੍ਰੋਵਿੰਸ਼ੀਅਲ ਜਾਂ ਸਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ? ਦੇਖੋ ਉਹ ਤੇ ਤੁਹਾਨੂੰ ਪ੍ਰੋਵਿੰਸ ਦੀਆਂ ਆਪਾਂ ਨੂੰ ਨਿਊਜ਼ ਗਾਈਡੈਂਸ ਫਾਲੋ ਕਰਨੀਆਂ ਪੈਣੀ, ਉਹ ਤੇ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ, ਇਹ ਤੇ ਪ੍ਰੋਵਿੰਸ ਨੇ ਅਰੇਂਜਮੈਂਟ ਕਰਨਾ, ਉਹਨਾਂ ਜਿਹੜੀ ਸਰਕਾਰ। ਤੁਸੀਂ ਕਿਹੜੇ ਜਿਹੜੇ ਵੇ ਦੇ ਥਰੂ ਗਏ ਸੀ, ਤੁਸੀਂ ਰਜਿਸਟਰ ਖੁਦ ਕਰਵਾਇਆ ਸੀ? ਨਹੀਂ, ਇਹ ਤੇ ਜਿਹੜੇ ਨਾ ਜਿੰਨੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਕਰਵਾਉਣਾ ਪੈਣਾ, ਤੁਸੀਂ ਆਪਣਾ ਉਹ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ, ਪਰ ਉਹ ਬਾਕੀਆਂ ਲਈ ਵੀ ਇਸ ਤਰ੍ਹਾਂ ਹੋ ਸਕਦਾ। ਮੈਂ ਕਿਉਂਕਿ ਮੈਂ ਤੇ ਉਹ ਗੱਲ ਕਰ ਸਕਦਾ ਜਿਹੜੀ ਗੱਲ ਦਾ ਮੈਨੂੰ ਪਤਾ, ਸਰਕਾਰ ਨੇ ਇਨ ਜਨਰਲ ਬਾਕੀ ਲੋਕਾਂ ਨੂੰ ਕਿਸ ਤਰ੍ਹਾਂ ਕਿਹੜਾ ਪਾਲਿਸੀ ਫਾਲੋ ਕਰਨੀ ਹੈ, ਪਰ ਜਿਹੜੀ ਵੀ ਉਹਨਾਂ ਨੇ ਪਾਲਿਸੀ ਫਾਲੋ ਕਰਨੀ ਹੈ ਅਲਟੀਮੇਟਲੀ ਤੇ ਪ੍ਰੋਸੀਜਰ ਤੇ ਉਹੀ ਹੈ। ਜਾਣਾ ਵੀ ਉੱਥੇ ਪੈਣਾ, ਤੁਹਾਨੂੰ ਉੱਥੇ ਆ ਕੇ ਬਹਿਣਾ ਵੀ ਪੈਣਾ, ਫਾਰਮ ਵੀ ਭਰਨੇ ਪੈਣੇ ਨੇ, ਤਸੱਲੀ ਨਾਲ ਗੱਲ ਕਰਨੀ ਪੈਣੀ ਹੈ, ਉਸ ਤੋਂ ਬਾਅਦ ਫਾਲੋ ਅਪ ਕਰਨਾ ਪੈਣਾ। ਤੁਹਾਡੇ ਕੋਲ ਆਪਸ਼ਨਸ ਨੇ, ਇੱਕ ਚੁਆਇਸ ਹੈ ਨਹੀਂ। ਸਰੀ ਦੇ ਵਿੱਚ ਤੁਸੀਂ ਜਾਂ ਅਸੀਂ ਸਾਨੂੰ ਲੈਂਗਲੀ ਜਾ ਸਕਦੇ ਹੋ ਬਾਈਪਾਸ ਤੇ, ਜਾਂ ਤੁਸੀਂ ਨਿਊਟਨ ਵਾਲੀ ਬ੍ਰਾਂਚ ਦੇ ਵਿੱਚ ਲਵਾ ਸਕਦੇ ਹੋ। 3-4 ਜਗ੍ਹਾ ਸੀ ਸਮੇਂ ਜਿਹੜਾ ਮੈਨੂੰ ਆਪਸ਼ਨ ਸਨ, ਪਰ ਮੈਂ ਉਹ ਕੀਤਾ ਸੀ ਚੂਜ਼ ਜਿਹੜਾ ਡਰਾਈਵ ਵਾਲਾ ਕੰਮ ਸੀ। ਉਹ ਡਰਾਈਵ ਥਰੂ ਵਿੱਚ ਜਾ ਕੇ ਬੜੇ ਤਰੀਕੇ ਦੇ ਨਾਲ ਤੁਸੀਂ ਟਾਈਮ ਵੀ ਤੁਹਾਡਾ ਬਚ ਜਾਂਦਾ, ਆਪਣਾ ਕੰਮ ਵੀ ਕਰ ਸਕਦੇ ਹੋ। ਤੇ ਉਹ ਤੁਹਾਨੂੰ ਉਹਨੇ ਜਾ ਕੇ ਇਹ ਵੀ ਪੁੱਛਿਆ ਵੀ ਤੁਸੀਂ ਕਿਹੜੀ ਲੈਂਗੁਏਜ ਗੱਲ ਕਰਨਾ ਚਾਹੁੰਦੇ ਹੋ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਇੱਥੇ ਵੀ ਇਹਨਾਂ ਇੰਤਜ਼ਾਮ ਕੀਤਾ, ਜਿਹੜੇ ਉੱਥੇ ਆਪਣੇ ਸਿਕਿਉਰਿਟੀ ਵਾਲੇ ਖੜੇ ਨੇ ਉਹ ਵੀ ਤੁਹਾਨੂੰ ਚੰਗੇ ਤਰੀਕੇ ਨਾਲ ਗੱਲਬਾਤ ਕਰਦੇ ਨੇ। ਸੋ ਆਈ ਥਿੰਕ ਸਿਸਟਮ ਜਿਹੜਾ ਸੀ ਨਾ, ਇਹ ਸਿਸਟਮ ਮੇਰੇ ਹਿਸਾਬ ਨਾਲ ਬਹੁਤ ਚੰਗਾ, ਤੇ ਇਹਦੇ ਸਿਸਟਮ ਵਾਸਤੇ ਮੈਂ ਸਮਝਦਾ ਵੀ ਸਰਕਾਰ ਜਿਹੜੀ ਹੈ ਮੌਜੂਦਾ ਉਹ ਵਧਾਈ ਦੇ ਪਾਤਰ ਨੇ, ਕਿਉਂਕਿ ਇਹ ਜਿਹੜਾ ਨਾ ਬੜਾ ਲੋਕਾਂ ਨੂੰ ਭੁਲੇਖਾ ਸੀ ਵੀ ਇਹ ਆਰਗੇਨਾਈਜ਼ ਨਹੀਂ ਇਹਨਾਂ ਨੇ ਚੰਗੀ ਤਰ੍ਹਾਂ ਕੀਤਾ, ਪਰ ਠੀਕ ਨਹੀਂ ਗੱਲ। ਇਹ ਕੌਨਫੀਡੈਂਸ ਲੈਵਲ ਜਿਹੜਾ ਨਾ ਮੈਂ ਵੇਖ ਕੇ ਮੈਂ ਦੇਖਿਆ ਕਿ ਬਹੁਤ ਚੰਗਾ, ਸੋ ਸਾਰਿਆਂ ਨਾਲ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਗੱਲ। ਬਿਲਕੁਲ, ਕੌਨਫੀਡੈਂਸ ਜਿਹੜਾ ਸਾਨੂੰ ਸਿਸਟਮ ਦੇ ਵਿੱਚ ਹੋਣਾ ਚਾਹੀਦਾ। ਡਾਕਟਰ ਜੀ, ਮੈਂ ਜਦੋਂ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ, ਵੈਕਸੀਨ ਲੱਗ ਰਹੀ ਹੈ, ਮਾਸ ਵੈਕਸੀਨੇਸ਼ਨ ਹੋ ਰਹੀਆਂ ਨੇ, ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਵੈਕਸੀਨੇਸ਼ਨ ਹੋ ਰਹੀਆਂ ਨੇ, ਪਰ ਕੇਸ ਕਿਉਂ ਲਗਾਤਾਰ ਵੱਧ ਰਹੇ ਨੇ? ਕੀ ਥਰਡ ਵੇਵ ਆਉਣ ਵਾਲੀ ਹੈ? ਕਿਉਂਕਿ ਜਿੱਦਾਂ ਨਾਲ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕਿਹਾ ਕਿ ਸ਼ਾਇਦ ਅਸੀਂ ਥਰਡ ਵੇਵ ਦੇਖੀਏ, ਤੇ ਥਰਡ ਵੇਵ ਜਿਹੜੀ ਹੈ ਇਸ ਤੋਂ ਜਿਹੜੀ ਖਤਰਨਾਕ ਹੋ ਸਕਦੀ ਹੈ ਜੇ ਅਸੀਂ ਹਜੇ ਨਹੀਂ ਸੰਭਲ ਕੇ ਕੰਮ ਕਰ ਰਹੇ, ਗਾਈਡਲਾਈਨਸ ਨਹੀਂ ਫੋਲੋ ਕਰ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਸਟਿਲ ਵੀ ਆਰ ਇਨ ਸੈਕੰਡ ਵੇਵ ਔਰ ਥਰਡ ਵੇਵ ਆਏਗੀ? ਨਹੀਂ, ਦੇਖੋ ਇਹ ਜਿਹੜਾ ਨੰਬਰ ਨੇ ਨਾ ਵਧਣ ਦਾ ਚਾਂਸ ਵੀ ਨੇ, ਪਰ ਨਾਲ ਇਹ ਦੇਖੋ ਕਿ ਆ ਜਿਹੜਾ ਟਾਈਮ ਹੈ, ਹੁਣ ਜਿਹੜਾ ਟਾਈਮ ਚੱਲਦਾ ਪਿਆ, ਸਰਦੀਆਂ ਦਾ ਟਾਈਮ ਤੇ ਲੰਘਦਾ ਪਿਆ, ਆਪਣੀ ਐਕਟੀਵਿਟੀ ਬਾਹਰ ਵਧਣੀ ਹੈ। ਇਹਦੇ ਨਾਲ ਜਿਉਂ-ਜਿਉਂ ਆਪਣੀ ਵੈਕਸੀਨੇਸ਼ਨ ਹੋਣੀ ਹੈ, ਉਹਦੇ ਨਾਲ ਪਲੱਸ ਜਿਹੜੇ ਲੋਕਾਂ ਨੂੰ ਆਲਰੇਡੀ ਇਨਫੈਕਸ਼ਨ ਹੋਈ ਸੀ ਉਹਨਾਂ ਦੀ ਇਮਿਊਨਿਟੀ ਵੱਧਦੀ ਪਈ ਹੈ। ਵੈਕਸੀਨੇਸ਼ਨ ਨਾਲ ਇਮਿਊਨਿਟੀ ਵਧਣੀ ਹੈ। ਸੋ ਜਦੋਂ ਦੋਨਾਂ ਦਾ ਕੰਬੀਨੇਸ਼ਨ ਹੋ ਕੇ ਐਟਲੀਸਟ ਇੱਕ ਸਟੇਜ ਆਉਣੀ ਹੈ ਜਦੋਂ 60 ਤੋਂ 70% ਲੋਕਾਂ ਨੂੰ ਇਹ ਜਿਹੜੀਆਂ ਨਾ ਇਮਿਊਨਾਈਜੇਸ਼ਨ ਜਾਂ ਉਸ ਤਰ੍ਹਾਂ ਉਹਨਾਂ ਨੂੰ ਇਨਫੈਕਸ਼ਨ ਹੋ ਚੁੱਕੀ ਹੈ, ਤੇ ਉਹ ਇਮਿਊਨਿਟੀ ਜਿਹੜੀ ਹੈ ਨਾ ਉਹ ਸਾਨੂੰ ਪ੍ਰੋਟੈਕਟ ਕਰੇਗੀ। ਜਿਹੜਾ ਇਹਦਾ ਪ੍ਰੀਕਾਸ਼ਨਸ ਜਿਹੜੀਆਂ ਫਾਲੋ ਕਰਨੀਆਂ ਨਾ, ਹਰ ਪ੍ਰੋਗਰਾਮ 'ਚ ਮੈਂ ਡਿਸਕਸ ਕੀਤਾ ਸਾਰਿਆਂ ਨਾਲ ਵੀ ਅਲਟੀਮੇਟਲੀ ਜਿਹੜਾ ਇਸ ਚੀਜ਼ ਨੂੰ ਬੰਦ ਕਰਨ ਦੇ ਵਿੱਚ ਤੁਸੀਂ ਆਪ, ਤੁਹਾਡਾ ਸਭ ਤੋਂ ਜਿਹੜਾ ਨਾ ਮੇਨ ਕੰਮ ਹੈ, ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਤੁਸੀਂ ਆਪਣੀ ਫਿਜ਼ੀਕਲ ਡਿਸਟੈਂਸ ਮੇਨਟੇਨ ਕਿਸ ਤਰ੍ਹਾਂ ਕਰਨਾ। ਉਹਨੂੰ 6 ਫੁੱਟ ਤੇ ਤੁਹਾਨੂੰ ਰਹਿਣਾ ਹੀ ਪੈਣਾ। ਤੁਸੀਂ ਮਾਸਕ ਜਿਹੜਾ ਨਾ ਪ੍ਰੋਪਰ ਮਾਸਕ ਲਾਉਣਾ। ਕਈ ਵਾਰੀ ਆਪਾਂ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਮਾਸਕ ਜਿਹੜੇ ਨੇ ਕਈ ਤਰ੍ਹਾਂ ਦੇ ਲੋਕੀ ਕਰਦੇ ਨੇ, ਤੇ
ਉਹ ਕਲੀਅਰ ਕੀਤਾ ਸੀ ਵੀ ਇਹਦੇ ਵਿੱਚੋਂ ਕੋਈ ਕਲਚਰਲੀ ਕੋਈ ਅਪਸੈਟ ਹੋਣ ਵਾਲੀ ਗੱਲ ਕੋਈ ਨਹੀਂ। ਮਾਸਕ ਇਜ਼ ਅ ਮਾਸਕ, ਚੁੰਨੀ ਇਜ਼ ਨਾਟ ਅ ਮਾਸਕ, ਸ਼ਾਲ ਇਜ਼ ਨਾਟ ਅ ਮਾਸਕ, ਪਟਕਾ ਇਜ਼ ਨਾਟ ਅ ਮਾਸਕ, ਠਾਠਾ ਨਹੀਂ ਮਾਸਕ ਹੈਗਾ। ਸੋ ਆਪਣੇ ਆਪ ਨੂੰ ਕਵਰ ਕਰਕੇ ਉਹ ਧੋਖਾ ਦੇ ਰਹੇ ਆ। ਪਰ ਆਈ ਥਿੰਕ ਜਿਹੜੇ ਲੋਕ ਸਾਡੀ ਸਾਊਥ ਏਸ਼ੀਅਨ ਭਾਈਚਾਰੇ ਦੀ ਕਮਿਊਨਿਟੀ ਦੇ ਲੋਕ ਨੇ, ਬੜਾ ਇਹਨਾਂ ਸਟਰੋਂਗਲੀ ਇਸ ਚੀਜ਼ ਬਾਰੇ ਉਹਨਾਂ ਨੇ ਕੰਮ ਕੀਤਾ। ਸੋ ਰਿਜ਼ਲਟ ਚੰਗੇ ਨੇ। ਆਪਾਂ ਨੂੰ ਇੰਨਾ ਵਰੀ ਕਰਨ ਦੀ ਜ਼ਰੂਰਤ ਨਹੀਂ। ਨੰਬਰ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ, ਕੰਸਿਸਟੈਂਟ ਆਪਾਂ ਨੂੰ ਰਹਿਣਾ ਪੈਣਾ ਮੈਸੇਜ ਤੇ। ਜਿੰਨੀ ਦੇਰ ਤੱਕ ਐਜ਼ ਏ ਕਮਿਊਨਿਟੀ ਅਸੀਂ ਆਪਣਾ ਮੈਸੇਜ ਨਹੀਂ ਫਾਲੋ ਕਰਦੇ, ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਫਾਰ ਐਗਜ਼ਾਮਪਲ ਜਿਹੜੇ ਲੋਕ ਹੁਣ ਸਰੀ ਵਿੱਚ ਨੇ, ਸਰੀ ਵਿੱਚ ਤੇ ਨਹੀਂ ਕੰਮ ਕਰਦੇ, ਉਹ ਬਾਹਰ ਵੀ ਜਾਂਦੇ ਨੇ, ਵੈਨਕੂਵਰ ਜਾਂਦੇ ਨੇ, ਲੋਅਰ ਮੇਨਲੈਂਡ ਦੇ ਬਾਕੀ ਹਿੱਸਿਆਂ ਵਿੱਚ ਨੇ। ਸੋ ਇਹ ਨਹੀਂ ਵੀ ਜਦੋਂ ਫਰੇਜ਼ਰ ਹੈਲਥ ਦੇ ਨੰਬਰ ਵੱਧਦੇ ਨੇ ਵੀ ਸਾਡੀ ਇਕੱਲਿਆਂ ਦੀ ਪ੍ਰੋਬਲਮ ਹੈ। ਇਹ ਮਤਲਬ ਵੀ ਕਿਤੇ ਨਾ ਕਿਤੋਂ ਹੋਰ ਵੀ ਆ ਰਹੇ ਨੇ। ਸੋ ਟਰੇਸ ਕਰਨੀ ਪੈਣੀ ਹੈ। ਕੰਟੈਕਟ ਟਰੇਸਿੰਗ ਬੜੀ ਇੰਪੋਰਟੈਂਟ ਹੈ। ਟੈਸਟ ਕਰਾਣੇ ਬੜੇ ਇੰਪੋਰਟੈਂਟ ਨੇ। ਫਾਲੋ ਅਪ ਬੜਾ ਇੰਪੋਰਟੈਂਟ ਹੈ। ਪਰ ਨਾਲ ਇਹ ਵੀ ਦੇਖੋ ਵੀ ਵੈਕਸੀਨੇਸ਼ਨ ਤੋਂ ਬਾਅਦ ਮਾਸਕ ਲਾਣਾ ਵੀ ਇਕੁਅਲੀ ਇੰਪੋਰਟੈਂਟ ਹੈ। ਤੁਸੀਂ ਉਹਨੂੰ ਬੰਦ ਨਹੀਂ ਕਰ ਸਕਦੇ। ਜੀ ਬਿਲਕੁਲ। ਫਾਈਜ਼ਰ ਦੀ ਜਿੱਦਾਂ ਤੁਹਾਨੂੰ ਇੱਕ ਡੋਜ਼ ਮਿਲੀ ਹੈ ਤੇ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਲੋਕਾਂ ਦੇ ਇਹ ਕੁਐਸਚਨ ਹੈਗੇ ਨੇ, ਕਿਉਂਕਿ ਹੁਣ ਕੈਨੇਡਾ ਹੈਲਥ ਕੈਨੇਡਾ ਜਿਹੜੀ ਹੈ ਹੋਰ ਵੈਕਸੀਨ ਨੂੰ ਵੀ ਮਾਨਤਾ ਦੇਣ ਦੀ ਟਰਾਈ ਕਰ ਰਹੀ ਹੈ, ਕਿ ਉਹਨਾਂ ਨੂੰ ਦੇਖ ਰਹੀ ਹੈ, ਟ੍ਰਾਇਲ ਚੱਲ ਰਹੇ ਹੈ ਕਿ ਜੇ ਫਾਈਜ਼ਰ ਦੀ ਵੈਕਸੀਨ ਇੱਕ ਵਾਰ ਲੱਗੀ ਤੇ ਦੂਜੀ ਵਾਰ ਮੋਡਰਨਾ ਦੀ ਲੱਗੇਗੀ ਜਾਂ ਫਿਰ ਕੋਈ ਐਸਟਰਾਜੈਨਕਾ ਦੀ ਲੱਗੇਗੀ, ਇਹਦੇ ਨਾਲ ਕੋਈ ਫਰਕ ਪੈਣ ਵਾਲਾ? ਦੇਖੋ ਮੈਂ ਤੇ ਸਟਿਕ ਕਰਨਾ ਪ੍ਰਿੰਸੀਪਲ ਜਿਹੜਾ ਵੀ ਸਾਇੰਸ ਦੇ। ਸਾਇੰਸ ਕਹਿੰਦੀ ਵੀ ਤੁਸੀਂ ਵੈਕਸੀਨੇਸ਼ਨ ਜਿਹੜਾ ਇੱਕ ਲੱਗਾ ਉਸੇ ਦੀ ਡੋਜ਼ ਲਵਾਉਣੀ ਹੈ, ਕਿਉਂਕਿ ਬੂਸਟ ਆਪਾਂ ਉਸੇ ਤਰੀਕੇ ਨਾਲ ਕਰਨਾ। ਪਰ ਜਿਹੜਾ ਦੋਨਾਂ ਦੀ ਜਿਹੜੀ ਟੈਕਨੋਲੋਜੀ ਹੈ, ਜਿਹੜੀ ਐਕਚੁਅਲੀ ਮੋਡਰਨਾ ਤੇ ਫਾਈਜ਼ਰ ਜਿਹੜਾ ਨਾ ਸੇਮ ਤਰੀਕੇ ਨਾਲ ਕੰਮ ਕਰਦਾ, mRNA ਦਾ ਵੈਕਸੀਨੇਸ਼ਨ। ਉਹਦਾ ਮਤਲਬ ਹੈ ਵੀ ਇਹ ਜਿਹੜਾ ਉਹਦੀ ਜਿਹੜੀ ਕਰੋਨਾ ਵਾਇਰਸ ਦੀ ਪ੍ਰੋਟੀਨ ਦੇ ਵਿੱਚੋਂ ਮੋਲੀਕਿਊਲ ਲੈ ਕੇ ਇੰਜੈਕਟ ਕੀਤਾ, ਉਹਨੂੰ ਉਹਨਾਂ ਨੇ ਡੁਪਲੀਕੇਟ ਕੀਤਾ। ਜਦੋਂ ਅਸੀਂ ਬਾਡੀ ਵਿੱਚ ਉਹਨੂੰ ਇੰਜੈਕਟ ਕਰਨੇ ਆ, ਉਹਦਾ ਤਰੀਕਾ ਕੰਮ ਕਰਨ ਦਾ ਹੋਰ ਹੈ। ਜਿਹੜਾ ਐਸਟਰਾਜ਼ੈਨੇਕਾ ਦਾ ਕੰਮ, ਉਹਦਾ ਤਰੀਕਾ ਹੋਰ ਹੋਣਾ। ਉਹ ਜਿਹੜੀ ਵਾਇਰਸ ਹੋਣੀ ਉਹਨੂੰ ਕਮਜ਼ੋਰ ਕਰਕੇ ਵਾਇਰਸ ਨੂੰ ਇੰਜੈਕਟ ਕਰਨਾ। ਇਹ ਵਾਇਰਸ ਨੂੰ ਇੰਜੈਕਟ ਨਹੀਂ ਕਰਦੇ ਪਏ, ਇਹ ਜਿਹੜਾ ਸਪੈਸ਼ਲ ਜਿਹੜਾ ਪ੍ਰੋਟੀਨ ਹੈ ਉਹਨੂੰ ਇੰਜੈਕਟ ਕਰਕੇ ਇਹ ਬਾਡੀ ਦੇ ਵਿੱਚ ਜਿਹੜੀ ਨਾ ਉਹ ਡੁਪਲੀਕੇਟ ਬਣਾ ਰਹੀ ਹੈ ਉਸੇ ਚੀਜ਼ ਨੂੰ, ਪ੍ਰੋਟੀਨਸ ਨੂੰ। ਜਦੋਂ ਫਿਰ ਉਹ ਪ੍ਰੋਟੀਨ ਬਣ ਗਈਆਂ ਫਿਰ ਅਟੈਕ ਕਰਦੀਆਂ। ਇਸੇ ਕਰਕੇ ਇੰਜੈਕਸ਼ਨ ਲਾਉਣ ਤੋਂ ਬਾਅਦ ਜਿਹੜਾ ਤੁਹਾਨੂੰ ਸੋਰਨੈਸ ਜਾਂ ਥੋੜਾ ਬਹੁਤਾ ਫਟੀਗ ਜਾਂ ਫੀਵਰ ਹੁੰਦਾ, ਉਹ ਬਾਡੀ ਦਾ ਨਾਰਮਲ ਰਿਐਕਸ਼ਨ ਹੈ ਇਸ ਕੰਮ ਲਈ। ਤੇ ਤੁਹਾਨੂੰ 42 ਡੇਜ਼ ਦੇ ਬਾਅਦ ਦੂਜੀ ਵੈਕਸੀਨ ਲੱਗਣੀ ਹੈ, ਪਰ ਡਾਕਟਰ ਬੋਨੀ ਹੈਨਰੀ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ 3 ਮਹੀਨੇ ਵੇਟ ਕਰਨੀ ਪੈ ਸਕਦੀ ਹੈ। ਸੋ ਜਿਹੜਾ ਇਹ ਪੀਰੀਅਡ ਵੇਰੀ ਹੋਣਾ, ਇਹਦੇ ਵਿੱਚ ਵੀ ਕੋਈ ਫਰਕ ਪੈ ਸਕਦਾ? ਦੇਖੋ ਇਹ ਪਹਿਲਾਂ ਸੀ ਵੀ 1 ਡੇ ਤੇ 21 ਡੇਜ਼ ਤੇ 128, ਫਿਰ 42 ਡੇਜ਼ ਦੇ ਹੋ ਗਿਆ। ਜਸਟ ਇੰਨਾ ਯਾਦ ਰੱਖਣ ਦੀ ਸਾਰਿਆਂ ਨੂੰ ਜ਼ਰੂਰਤ ਹੈ ਵੀ ਬੇਸਿਕਲੀ ਵੈਕਸੀਨੇਸ਼ਨ ਦਾ ਕੰਮ ਕੀ ਹੈ। ਵੈਕਸੀਨੇਸ਼ਨ ਦੇ ਨਾਲ ਤੁਹਾਡੀ ਇਮਿਊਨਿਟੀ ਲੈਵਲ ਵਧਣੀ ਹੈ। ਇਮਿਊਨਿਟੀ ਦਾ ਇੱਕ ਕਿਸ ਟਾਈਮ ਤੇ ਪੀਕ ਹੁੰਦੀ ਹੈ, 10 ਦਿਨ ਤੇ, 12 ਦਿਨ ਤੇ, 14 ਤੇ ਜਾਂ 21 ਦਿਨ ਤੇ, ਉਹ ਡਿਪੈਂਡ ਕਰਦਾ ਤੁਹਾਡੀ ਬਾਡੀ ਤੇ ਕਿਸ ਤਰ੍ਹਾਂ ਰਿਸਪੌਂਸ ਹੈ। ਪਰ ਜੇ ਬਾਕੀ ਦੁਨੀਆ ਦੇ ਹਿੱਸਿਆਂ ਵਿੱਚ ਉਹੀ ਪ੍ਰੋਸੀਜਰ ਫਾਲੋ ਕਰਦੇ ਪਏ ਨੇ, ਮੇਰੇ ਹਿਸਾਬ ਨਾਲ ਤੇ 28 ਦਿਨ ਵੀ ਹੋਣ, 35 ਵੀ ਹੋਣ, 42 ਵੀ ਹੋਣ, ਐਜ਼ ਲੌਂਗ ਐਜ਼ ਤੁਹਾਨੂੰ ਸੈਕੰਡ ਡੋਜ਼ ਮਿਲਦੀ ਪਈ ਹੈ ਤੇ ਤੁਸੀਂ ਉਹਨੂੰ ਆਪਣੀ ਇਮਿਊਨਿਟੀ ਲੈਵਲ ਤੁਹਾਡਾ ਵੱਧ ਜਾਏਗਾ, ਬੂਸਟ ਹੋ ਜਾਏਗਾ। ਪਰ ਕੀ ਪਾਰਟ ਹੋਣਾ ਵੀ ਇਹ 2 ਡੋਜ਼ ਦੇ ਲੈਣ ਦੇ ਬਾਅਦ ਫਿਰ ਜ਼ਰੂਰਤ ਹੈ ਕਿ ਨਹੀਂ ਹੈ ਇਸ ਸਾਲ ਕਿ ਅਗਲੇ ਸਾਲ ਫਿਰ ਫਾਲੋ ਕਰਨਾ। ਸੋ ਇੱਕ ਇਹਨਾਂ ਨੇ ਨਵੀਂ ਟਰਮ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਹੈ USA ਵਿੱਚ ਵੀ, ਇਹ ਜਿਹੜੀ ਸੀਜ਼ਨਲ ਇਮਿਊਨਿਟੀ ਹੋਣੀ ਹੈ ਕਿ ਪੱਕੀ ਹੋਣੀ ਹੈ, ਉਹਦਾ ਨਹੀਂ ਅਜੇ ਪਤਾ। ਸੋ ਵਾਚ ਕਰਨਾ। ਬਿਲਕੁਲ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਵਿੱਚ ਰੱਖਣ ਦੀ ਲੋੜ ਹੈਗੀ ਹੈ। ਕੋਵਿਡ ਨੂੰ ਲੈ ਕੇ, ਕੋਵਿਡ ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਹੈਗੇ ਜਿਹੜੇ ਪੁੱਛੇ ਜਾ ਰਹੇ ਆ। ਹੁਣ UK ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨੇਸ਼ਨ ਲੱਗ ਰਹੀ ਹੈ, ਕਿਉਂਕਿ ਉੱਥੇ ਸਭ ਤੋਂ ਵੇਰੀਐਂਟ ਵੀ ਉੱਥੇ ਆਏ, ਪਰ ਉੱਥੇ 1 ਕਰੋੜ ਤੋਂ ਵੱਧ ਲੋਕਾਂ ਨੂੰ ਉੱਥੇ ਵੈਕਸੀਨ ਜਿਹੜੀ ਲੱਗ ਗਈ ਹੈ। ਉੱਥੇ ਹਸਪੀਟਲਾਈਜੇਸ਼ਨ ਜਿਹੜੀ ਹੈ ਉਹ ਡ੍ਰੌਪ ਹੋਈ ਹੈ। ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ? ਦੇਖੋ ਇਹ ਬੜਾ ਅੱਛਾ ਪ੍ਰੂਫ ਹੈ। ਜਿਹਨਾਂ ਲੋਕਾਂ ਨੂੰ ਸ਼ੱਕ ਹੁੰਦਾ, ਆਪਾਂ ਦਾ ਅੱਜ ਟਾਪਿਕ ਦਾ ਇੱਕੋ ਮਤਲਬ ਹੈ ਗੱਲ ਕਰਨ ਦਾ ਕਿ ਕੌਨਫੀਡੈਂਸ ਲੈਵਲ ਕਿੱਦਾਂ ਸਿਸਟਮ ਦੇ ਵਿੱਚ ਜਿਹੜਾ ਹੁਣ ਆਪਾਂ ਸਿਵਲਾਈਜ਼ ਵਰਲਡ ਦੇ ਵਿੱਚ ਹੈਗੇ ਹਾਂ, ਦੁਨੀਆ ਨੂੰ ਸਾਰਿਆਂ ਨੂੰ ਵਕਤ ਪੈ ਗਿਆ ਸੀ ਵੀ ਇਹ ਕੀ ਕੰਮ ਹੋ ਗਿਆ ਕਿ ਕੁਝ ਮੁਲਕਾਂ ਨੂੰ ਵੈਕਸੀਨੇਸ਼ਨ ਮਿਲਿਆ, ਕਈਆਂ ਨੂੰ ਨਹੀਂ ਮਿਲਿਆ। ਪਰ ਜਿੱਥੇ ਵੈਕਸੀਨੇਸ਼ਨ ਫਾਈਜ਼ਰ ਦੀਆਂ ਜ਼ਿਆਦਾ ਡੋਜ਼ਸ ਸਨ, ਉੱਥੇ ਪਹਿਲਾਂ ਉਹਨਾਂ ਨੇ ਟਰਾਈ ਕੀਤਾ ਇੰਗਲੈਂਡ ਦੇ ਵਿੱਚ, UK ਦੇ ਵਿੱਚ। ਉਹਦਾ ਕਰਨ ਤੋਂ ਬਾਅਦ ਇਹ ਹੋਇਆ ਕਿ ਜਿਹੜੇ ਲੋਕਾਂ ਦੀ ਏਜ ਗਰੁੱਪ 80 ਸਾਲ ਤੋਂ ਉੱਪਰ ਸੀ ਵਿਦ ਮਲਟੀਪਲ ਜਿਹੜੀਆਂ ਮੈਡੀਕਲ ਕੰਡੀਸ਼ਨ ਸਨ, ਉਹਨਾਂ ਦਾ ਐਡਮਿਸ਼ਨ ਰੇਟ ਡ੍ਰੌਪ ਕਰ ਗਿਆ ਬੜਾ। ਦੈਟ ਮੀਨਸ ਵੀ ਇਫੈਕਟਿਵਨੈਸ ਹੋ ਗਈ। ਸੋ ਦੈਟਸ ਗੁੱਡ ਨਿਊਜ਼, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਨਾ, ਤੁਸੀਂ ਲੰਬੇ ਸਮੇਂ ਦਾ ਤੇ ਪਤਾ ਨਹੀਂ ਅਜੇ, ਪਰ ਸ਼ਾਰਟ ਪੀਰੀਅਡ ਟਾਈਮ ਦੇ ਵਿੱਚ ਜਿੰਨਾ ਵੀ ਇਸ ਵੈਕਸੀਨੇਸ਼ਨ ਦਾ ਫਾਇਦਾ ਹੋਇਆ, ਗੁੱਡ ਨਿਊਜ਼ ਹੈ। ਪਰ ਨਾਲ ਇਹ ਵੀ ਦੇਖੋ ਕਿ 3 ਹਫ਼ਤੇ ਪਹਿਲਾਂ
ਕਿੰਨਾ ਕ੍ਰਿਟਿਸਿਜ਼ਮ ਹੋਇਆ ਸੀ ਕਿ ਜਦੋਂ WHO ਨੇ ਅਨਾਉਂਸਮੈਂਟ ਕੀਤੀ ਪਹਿਲੇ ਵੀਕ ਦੇ ਵਿੱਚ ਵੀ ਜਿਹੜੇ ਪੂਅਰ ਕੰਟਰੀ ਨੇ ਉਹਨਾਂ ਦਾ ਕਿਸੇ ਨੂੰ ਧਿਆਨ ਨਹੀਂ ਹੈਗਾ। ਆਰਗੇਨਾਈਜੇਸ਼ਨ ਜਿਹੜੀ ਕੋਵੈਕਸ ਸੀ ਉਹਦੇ ਵਿੱਚੋਂ ਕਿੰਨੇ ਕੰਟਰੀਜ਼ ਨੇ ਪਾਰਟਿਸਿਪੇਟ ਕਰਕੇ ਫਿਰ ਸਾਰਿਆਂ ਨੂੰ ਡੋਜ਼ ਦੀ ਉਹਨਾਂ ਨੂੰ ਵਕਤ ਪੈ ਗਿਆ। ਕੈਨੇਡਾ ਨੇ ਵੀ ਟਰਾਈ ਕੀਤੀ, ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਪਰ ਅਲਟੀਮੇਟਲੀ ਹੁਣ ਇਹਦਾ ਇਹ ਹੋ ਗਿਆ ਵੀ ਹੁਣ ਹੈਲਥੀ ਕੰਪੀਟੀਸ਼ਨ ਸ਼ੁਰੂ ਹੋ ਗਿਆ। ਹਰ ਕੰਟਰੀ ਚਾਹੁੰਦਾ ਵੀ ਮੈਂ ਦੂਜੇ ਕੰਟਰੀ ਦੀ ਮਦਦ ਕਰਾਂ, ਪਰ ਮਦਦ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਵੈਕਸੀਨੇਸ਼ਨ ਕਰਨਾ ਪੈਣਾ। ਸੋ ਹੁਣ UK ਦੇ ਵਿੱਚ ਕਮ ਸੇ ਕਮ ਉਹ ਕਹਿ ਰਹੇ ਨੇ ਵੀ 400 ਮਿਲੀਅਨ ਡੋਜ਼ਸ ਨੇ ਉਹਨੇ ਆਰਡਰ ਕੀਤੀਆਂ, ਤੇ ਪਾਪੂਲੇਸ਼ਨ ਉਹਨਾਂ ਦੀ ਕਿੰਨੀ ਹੈ 85 ਮਿਲੀਅਨ ਤਕਰੀਬਨ ਅਪਰੋਕਸੀਮੇਟਲੀ, ਮੈਨੂੰ ਐਗਜ਼ੈਕਟ ਨੰਬਰ ਤੇ ਨਹੀਂ ਪਤਾ, ਪਰ ਉਹਦੇ ਨਾਲ ਵੈਕਸੀਨੇਸ਼ਨ ਜਿਹੜੀ ਸਾਰਿਆਂ ਨੂੰ ਹੋ ਜਾਏਗੀ। ਕੈਨੇਡਾ ਵਿੱਚ ਤੇ ਜੇ ਸਤੰਬਰ ਤੱਕ ਸਾਰਿਆਂ ਦੀ ਹੋ ਗਈ, ਸਾਡੀ 38 ਮਿਲੀਅਨ ਪਾਪੂਲੇਸ਼ਨ ਹੈ, ਉਹਦੇ ਵਿੱਚੋਂ ਜਿਹੜੀ 16 ਸਾਲ ਦੇ 18 ਸਾਲ ਦੇ ਉੱਪਰ ਵਾਲੇ ਨੇ ਸਾਰਿਆਂ ਨੂੰ ਮਿਲ ਜਾਣਾ। ਬਿਲਕੁਲ ਜੀ, G7 ਜਿਹੜੀ ਕੰਟਰੀਜ਼ ਹੈਗੀਆਂ ਨੇ ਉਹ ਸਾਰੀਆਂ ਟਰਾਈ ਕਰ ਰਹੀਆਂ ਨੇ ਕਿ ਪੂਅਰ ਕੰਟਰੀ ਨੂੰ ਵੀ ਜਿਹੜੀ ਹੈ ਇਹ ਵੈਕਸੀਨ ਮਿਲ ਜਾਣ। ਹੁਣ ਸਰਬੀਆ ਨੂੰ ਅਸੀਂ ਦੇਖੀਏ ਕਿ ਪਹਿਲੀ ਵੈਕਸੀਨੇਸ਼ਨ ਦੀ ਉਹਦੀ ਜਿਹੜੀ ਕਿੱਟ ਹੈਗੀ ਹੈ ਉਹਨਾਂ ਨੂੰ ਪੂਰੀ ਉੱਥੇ ਭੇਜੀ ਗਈ ਹੈ। ਸੋ ਉੱਦਾਂ ਦੀਆਂ ਜਿਹੜੀਆਂ ਪੂਅਰ ਕੰਟਰੀਜ਼ ਹੈਗੀਆਂ ਨੇ ਉਹਨਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਦੁਨੀਆ ਦਾ ਹਰ ਬੰਦਾ ਜਿਹੜਾ ਸਿਕਿਉਰ ਹੋਵੇ। ਮੇਨ ਗੱਲ ਇਹੀ ਆ ਜਾਂਦੀ ਹੈ ਕਿ ਵੈਕਸੀਨ ਇੰਪੋਰਟੈਂਟ ਕਿਉਂ ਆ, ਜ਼ਰੂਰੀ ਕਿਉਂ ਆ। ਹੁਣ ਜਿਹੜੇ ਲੋਕ ਅਜੇ ਵੀ ਸਿਸਟਮ ਦੇ ਵਿੱਚ ਕੌਨਫੀਡੈਂਸ ਨਹੀਂ ਰੱਖ ਰਹੇ, ਜਿਹੜੇ ਲੋਕ ਅਜੇ ਵੀ ਕਹਿ ਰਹੇ ਕਿ ਅਸੀਂ ਵੈਕਸੀਨ ਨਹੀਂ ਲਗਵਾਉਣੀ ਜਾਂ ਐਂਟੀ ਨੇ, ਉਹਨਾਂ ਨੂੰ ਕੀ ਕਹੋਗੇ ਕਿ ਕਿਉਂ ਇੰਪੋਰਟੈਂਟ ਹੈ ਵੈਕਸੀਨੇਸ਼ਨ? ਦੇਖੋ, ਜਿਹੜੀ ਵੈਕਸੀਨੇਸ਼ਨ ਦੀ ਹਿਸਟਰੀ ਹੈ ਨਾ, ਫਿਰ ਆਪਾਂ 100 ਸਾਲ ਪਹਿਲਾਂ ਦੀ ਕਰੀਏ ਗੱਲ, ਜਦੋਂ ਪਲੇਗ ਹੋਇਆ ਸੀ ਉਦੋਂ ਵੈਕਸੀਨੇਸ਼ਨ ਨਹੀਂ ਸੀ ਜ਼ਿਆਦਾ ਹੁੰਦੀ ਤੇ ਕਿੰਨਾ ਖਤਰਨਾਕ ਕੰਮ ਹੋਇਆ ਸੀ, ਲੱਖਾਂ ਲੋਕ ਮਰ ਗਏ ਸੀ। ਉਸ ਤੋਂ ਬਾਅਦ ਫਿਰ ਜਿਹੜਾ ਮਿਡ ਸੈਂਚਰੀ ਦੇ ਵਿੱਚ ਵੈਕਸੀਨੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ। ਸਮਾਲ ਪੌਕਸ ਕਿੰਨਾ ਡੈਡਲੀ ਹੁੰਦਾ ਸੀ, ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਸੀ ਕਿ ਇਨਫੈਕਸ਼ਨ ਹੋਣੀ, ਉਸ ਤੋਂ ਬਾਅਦ ਕਿਸੇ ਦੀ ਅੱਖਾਂ ਚਲੀਆਂ ਜਾਣੀਆਂ, ਕਿਸੇ ਨੂੰ ਕਈ ਲੋਕਾਂ ਨੇ ਅਪਾਹਜ ਹੋ ਗਏ, ਕਈ ਬਿਲਕੁਲ ਬਲਾਈਂਡ ਹੋ ਗਏ, ਕਈ ਇਸ ਤੋਂ ਇਲਾਵਾ ਇਨਫੈਕਸ਼ਨ ਦੇ ਨਾਲ ਉਹਨਾਂ ਦੀ ਡੈਥ ਹੋ ਜਾਣੀ। ਸੋ ਉਸ ਤੋਂ ਇਲਾਵਾ ਜਿਹੜਾ ਪੋਲੀਓ ਸੀ, ਪੋਲੀਓ ਨੇ ਕਿੰਨੇ ਲੋਕਾਂ ਨੂੰ ਡਿਸੇਬਲ ਕੀਤਾ, ਮਿਲੀਅਨਸ ਆਫ ਲੋਕਾਂ ਨੂੰ ਕਿੰਨੀ ਪ੍ਰੋਬਲਮ ਹੁੰਦੀ ਸੀ। ਉਸ ਤੋਂ ਬਾਅਦ ਜਿਹੜੀਆਂ ਬਾਕੀ ਕਮਿਊਨੀਕੇਬਲ ਡਿਜ਼ੀਜ਼ ਨੇ, ਜਿਸ ਤਰ੍ਹਾਂ ਹੋ ਗਿਆ ਆਪਣਾ ਫਲੂ ਦਾ ਹੋ ਗਿਆ, ਇਸ ਤੋਂ ਇਲਾਵਾ ਹੈਪੇਟਾਈਟਸ ਦਾ, A, B ਦਾ, ਉਸ ਤੋਂ ਇਲਾਵਾ ਜਿਹੜਾ ਮੈਨਿੰਜਾਈਟਿਸ ਦਾ, ਇਸ ਤੇ ਟੈਟਨਸ ਦਾ, ਮੀਜ਼ਲ, ਮੰਪਸ, ਰੁਬੈਲਾ, ਜਸਟ ਨੇਮ। ਤੁਸੀਂ ਇਹ ਸਾਰੀਆਂ ਚੀਜ਼ਾਂ ਬਾਰੇ ਦੇਖੋ, ਇਹ ਕਿਉਂ ਬਚੀਆਂ ਨੇ? ਕਿਉਂਕਿ ਵੈਕਸੀਨੇਸ਼ਨ ਜਿਹੜੀ ਸੀ ਨਾ ਉਹ ਬੜੀ ਜ਼ਰੂਰੀ ਸੀ। ਵੈਕਸੀਨੇਸ਼ਨ ਦੇ ਨਾਲ ਹੀ ਆਪਾਂ ਨੂੰ ਸਮਾਲ ਪੌਕਸ ਨੂੰ ਖਤਮ ਕੀਤਾ, ਆਲਮੋਸਟ ਜਿਹੜਾ ਨਾ ਪੋਲੀਓ ਨੂੰ ਖਤਮ ਕਰਨ 'ਚ ਪਹੁੰਚ ਗਏ, ਕੰਟਰੋਲ ਕਰਨ ਦੇ ਵਿੱਚ। ਤੇ ਇਹ ਗੱਲ ਤਾਂ ਮੈਂ ਅੱਜ ਰਿਪੀਟ ਕਰਨਾ ਪਿਆ ਵੀ ਇਹ ਤੁਹਾਨੂੰ ਕੌਨਫੀਡੈਂਸ ਆਪਣਾ ਵਧਾਉਣ ਲਈ ਤੁਹਾਨੂੰ ਵੇਖਣਾ ਪੈਣਾ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਓਵਰ ਏ ਪੀਰੀਅਡ ਆਫ ਟਾਈਮ ਜਿਹੜੀ ਪ੍ਰੀਵੈਂਸ਼ਨ ਦਾ ਤਰੀਕਾ ਨਾ ਬਾਈ ਵੈਕਸੀਨੇਸ਼ਨ ਉਹ ਬੈਸਟ ਤਰੀਕਾ, ਉਸ ਬੈਸਟ ਟੂਲ ਹੈ ਸਾਡੇ ਕੋਲ ਇਸ ਟਾਈਮ ਦੇ ਵਿੱਚ ਦੁਨੀਆ ਦੇ ਵਿੱਚ, ਉਹਨੂੰ ਕਰੋ ਯੂਜ਼। ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਇਕੱਲਾ ਵੀ ਇੱਕ ਵਾਇਰਸ ਤੇ ਹੈ ਨਹੀਂ, ਇਹ ਕਰੋਨਾ ਵਾਇਰਸ। ਜਿੱਦਾਂ ਪਿਛਲੇ ਹਫਤੇ ਮੈਂ 2 ਹਫ਼ਤੇ ਪਹਿਲਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹ ਵਾਤਾਵਰਨ ਇੰਨਾ ਬਦਲ ਗਿਆ ਪਿਛਲੇ 100 ਈਅਰ ਦੇ ਵਿੱਚ, 100 ਸਾਲਾਂ ਵਿੱਚ ਜਿਹੜਾ ਵਾਤਾਵਰਨ ਬਦਲਿਆ ਉਹਦੇ ਕਰਕੇ ਜਿਹੜੀਆਂ ਦਰਖਤ ਵਗੈਰਾ ਕੱਟੇ, ਟੈਂਪਰੇਚਰ ਵਧਿਆ, ਜਿਹੜੀਆਂ ਬੈਟਸ ਸੀ ਜਿਨ੍ਹਾਂ ਦਾ ਹੈਬੀਟੇਟ ਅਸੀਂ ਖੋਲ੍ਹਿਆ, ਉਹ ਹੋ ਗਈਆਂ ਅਰਬਨ ਏਰੀਆ ਵਿੱਚ ਆ ਕੇ ਮੂਵ ਹੋ ਗਈਆਂ। ਉਹਨਾਂ ਬੈਟਸ ਤੋਂ ਇੱਕ ਜਿਹੜੀ এনवायरमेंटल ਸਟੱਡੀ ਆਈ ਹੈ ਉਹ ਕਹਿ ਰਹੇ ਨੇ ਉਹ ਜਿਹੜੀਆਂ ਬੈਟਸ ਦੇ ਵਿੱਚ ਇਹ ਕਰੋਨਾ ਵਾਇਰਸ ਨਹੀਂ ਹੋਰ ਵੀ ਆ ਸਕਦੀਆਂ। ਸੋ ਜਿਹੜਾ ਸਾਨੂੰ ਇਹ ਕੰਮ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਿ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਇੰਪੋਰਟੈਂਟ ਹੈ, ਇਹਦਾ ਰੂਟ ਵੀ ਵੇਖਣਾ ਪੈਣਾ ਵੀ ਕਿੱਥੋਂ ਚੱਲਦੀ ਪਈ ਹੈ, ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਕੋਲੈਕਟਿਵਲੀ ਸਾਰੀ ਦੁਨੀਆ ਨੂੰ ਕੰਮ ਕਰਨਾ ਪੈਣਾ। ਸੋ ਦੇ ਹੈਵ ਨੋ ਚੋਇਸ ਵੀ ਇਸ ਕੰਟਰੀ ਵਿੱਚ ਜਿਹੜਾ ਵੈਕਸੀਨੇਸ਼ਨ ਪਹਿਲਾਂ ਜਾਂ ਬਾਅਦ ਦੇ ਵਿੱਚ ਹੁਣ ਜਿਹੜੀ ਰੇਸ ਹੈ ਵੀ ਸਾਰਿਆਂ ਨੂੰ ਹੈਲਪ ਕਰਨ ਦੀ ਰੇਸ ਹੈ। ਮੈਂ ਸਮਝਦਾ ਵੀ ਇਹ ਓਵਰਆਲ ਬੜੀ ਪੋਜ਼ਿਟਿਵ ਨਿਊਜ਼ ਹੈ, ਪਰ ਕਈਆਂ ਨੇ ਕੰਟਰੋਲ ਕਰ ਲਿਆ, ਕਈਆਂ ਕੋਲ ਟੈਸਟ ਹੀ ਨਹੀਂ ਸੀ, ਨੰਬਰ ਕਿਤੇ ਵੱਧਦੇ ਘਟਦੇ ਪਏ ਨੇ ਕਿਉਂਕਿ ਜੇ ਟੈਸਟ ਕਿਟਸ ਹੀ ਨਹੀਂ ਅਵੇਲੇਬਲ ਹੈਗਾ ਤਾਂ ਨੰਬਰ ਦਾ ਕੀ ਕਰਨਾ। ਕਈ ਕੰਟਰੀ ਕਹਿ ਰਹੇ ਸਾਡੇ ਕੋਲ ਹੈ ਹੀ ਨਹੀਂ ਇੱਥੇ, ਜੇ ਤਾਂ ਹੈ ਨਹੀਂ ਬਿਕਾਜ਼ ਤੁਸੀਂ ਟੈਸਟ ਨਹੀਂ ਕਰਦੇ। ਟੈਸਟ ਕਿਉਂ ਨਹੀਂ ਕਰਦੇ? ਬਿਕਾਜ਼ ਤੁਹਾਡੇ ਕੋਲ ਪੈਸੇ ਨਹੀਂ। ਪੈਸੇ ਕਿਉਂ ਨਹੀਂ? ਬਿਕਾਜ਼ ਤੁਹਾਡੀ ਇਕਾਨਮੀ ਮਾੜੀ ਹੈ। ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮੈਂ ਸਮਝਦਾ ਕੋਲੈਕਟਿਵਲੀ ਐਸ ਜਿਹੜਾ 2020 ਹੈ, ਇਹ 20 ਤੇ ਮਾੜਾ ਚੜ੍ਹਿਆ ਸੀ, ਹੁਣ 2021 ਦੇ ਵਿੱਚ ਵੈਕਸੀਨੇਸ਼ਨ ਦੀ ਜਿਹੜੀ ਨਾ ਉਹਨੂੰ ਕੌਨਫੀਡੈਂਸ ਲੈਵਲ ਇਹਦੇ ਤੇ
मैं समझना बड़ा इंपॉर्टेंट है। हिस्टरी बड़ी इंपॉर्टेंट है, समझना बड़ा इंपॉर्टेंट है। साडे ते तुहाडे या हर एक बंदे दे हੱਥ ਦੇ ਵਿੱਚ ਹੈਗਾ ਵੀ ਇਹਨੂੰ ਆਪਾਂ ਕਿਸ ਤਰੀਕੇ ਨਾਲ ਕੰਟਰੋਲ ਕਰਨਾ। ਇੱਕ ਸਮਝਣ ਵਾਲੀ ਗੱਲ ਹੋਰ ਵੀ ਹੈ ਕਿ ਕੋਵਿਡ-19 ਦੀਆਂ ਵੈਕਸੀਨਸ ਲੱਗ ਰਹੀਆਂ ਨੇ, ਕਿਸੇ ਨੂੰ ਤਾਂ ਇੱਕ ਲੱਗੀ ਹੈ ਡੋਜ਼, ਕਿਸੇ ਨੂੰ ਡਬਲ ਦੋ ਡੋਜ਼ਸ ਵੀ ਲੱਗ ਚੁੱਕੀਆਂ ਨੇ, ਤੇ ਉਸ ਤੋਂ ਬਾਅਦ ਅਜੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅਜੇ ਇਹ ਨਹੀਂ ਪਤਾ ਕਿ ਇਹ ਸੀਜ਼ਨਲ ਹੈ, ਇਹ ਪੱਕੇ ਤੌਰ ਦੇ ਉੱਤੇ ਜਾਂ ਸਾਨੂੰ ਦੁਬਾਰਾ ਲਗਾਉਣੀ ਪਊਗੀ ਜਾਂ ਫਲੂ ਦੇ ਤਰ੍ਹਾਂ ਸਾਨੂੰ ਹਰ ਸਾਲ ਹੀ ਇਹਦੀ ਡੋਜ਼ ਲਗਵਾਉਣੀ ਪੈਣੀ ਹੈ, ਇਹਦਾ ਹਜੇ ਤੱਕ ਕੁਝ ਵੀ ਨਹੀਂ ਪਤਾ। ਡਾਕਟਰ ਟਰੀਜ਼ਾ ਟੈਮ ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਅਜੇ ਇਹ ਨਾ ਸਮਝੋ ਕਿ ਅਸੀਂ ਇਕੋਨਮੀ ਰੀਓਪਨ ਨਾਲੋਂ ਨਾਲ ਕਰ ਦੇਵਾਂਗੇ ਜਦੋਂ ਵੈਕਸੀਨ ਲੱਗਣੀ ਹੈ। ਹੁਣ ਉਸ ਤੋਂ ਬਾਅਦ ਜਦੋਂ ਵੈਕਸੀਨ ਲੱਗ ਜਾਏਗੀ ਉਸ ਤੋਂ ਬਾਅਦ ਮਾਸਕ ਪਾਉਣ ਦੀ ਇੰਨੀ ਇੰਪੋਰਟੈਂਸ ਕਿਉਂ ਹੈ? ਕਿਉਂਕਿ ਅਗੇਨ ਜਿਹੜੀ ਤਕਲੀਫ ਹੈ ਇਹ ਬਦਲਦੀ ਪਈ ਹੈ। ਇਹਦੇ ਬੜੇ ਵੇਰੀਐਂਟਸ ਨੇ, ਉਹ ਨਹੀਂ ਪਤਾ ਵੀ ਉਹ ਕਿੰਨੇ ਘਾਤਕ ਨੇ, ਉਹ ਕਿਸ ਸਪੀਡ ਨਾਲ ਚੱਲਦੇ ਪਏ ਨੇ, ਪਹਿਲੀ ਗੱਲ। ਤੇ ਸੈਕੰਡ, ਜਿਹੜੀ ਵੈਕਸੀਨੇਸ਼ਨ ਲਾਉਣ ਦੇ ਬਾਵਜੂਦ ਜਿਹੜਾ ਇਮਿਊਨਿਟੀ ਲੈਵਲ ਹੈ ਉਹ ਕਿੰਨੇ ਟਾਈਮ ਵਾਸਤੇ, 2 ਮਹੀਨੇ ਵਾਸਤੇ, 3 ਵਾਸਤੇ, 4, 5, 6, ਕਿਸੇ ਨੂੰ ਨਹੀਂ ਪਤਾ। ਜਿੰਨੀ ਦੇਰ ਤੱਕ ਆਪਾਂ ਟੋਟਲ ਸੇ ਬਾਈ ਦੀ ਐਂਡ ਆਫ ਦਿਸ ਈਅਰ ਸਾਰੀ ਜਿਹੜਾ ਨਾ ਰੇਟਸ ਨਹੀਂ ਤੁਸੀਂ ਵਹਿੰਦੇ ਉਹਨਾਂ ਦਾ ਐਂਟੀਬਾਡੀ ਲੈਵਲਸ ਜੇ ਚੈੱਕ ਕਰਨਾ, ਕੋਈ ਨਾ ਕੋਈ ਮੇਜਰ ਤੇ ਆਪਾਂ ਨੂੰ ਐਸਟੈਬਲਿਸ਼ ਕਰਨਾ ਪੈਣਾ ਜਾਂ ਦੇਖਣਾ ਪੈਣਾ ਵੀ ਕਿੰਨੇ ਕੇਸ ਹੋ ਰਹੇ ਨੇ। ਸੋ ਗੱਲਾਂ ਸਾਰੀਆਂ ਬੜੀਆਂ ਇੰਪੋਰਟੈਂਟ ਨੇ। ਪਰ ਜੇ ਹੁਣ ਸਪੋਜ਼ ਵੀ ਇਸ ਸਾਲ ਦੇ ਵਿੱਚ ਐਂਡ ਦੇ ਵਿੱਚ ਸਾਰੀ ਦੁਨੀਆ ਵਿੱਚ ਜੇ 70% ਵੈਕਸੀਨੇਸ਼ਨ ਲੱਗ ਜੇ, ਇਮਿਊਨਿਟੀ ਲੈਵਲ ਆਲਰੇਡੀ ਡਿਵੈਲਪ ਹੋਇਆ, ਜੇ ਫਿਰ ਵੀ ਰੇਟ ਵੱਧਦਾ, ਦੈਟ ਮੀਨਸ ਵੀ ਇਹਦਾ ਕੁਛ ਨਾ ਕੁਛ ਚੇਂਜ ਕਰਨਾ ਪੈਣਾ, ਹੋਰ ਸਕਦਾ ਹਰ ਸਾਲ ਹੀ ਲਾਣੇ ਪੈਣ। ਇਸੇ ਕਰਕੇ ਜਿਹੜੀਆਂ ਮੇਜਰ ਕੰਪਨੀ ਨੇ ਉਹਨਾਂ 'ਚ ਵੀ ਰੇਸ ਹੈ। ਇਹ ਇਕੱਲੀ ਆਪਾਂ ਦੇ ਤਿੰਨਾਂ ਦੀ ਗੱਲ ਕੀਤੀ ਹੈ ਜਿਹੜੇ ਮਤਲਬ ਕਿ ਯੂਰਪੀਅਨ ਜਾਂ USA ਜਾਂ ਕੈਨੇਡਾ ਵਿੱਚ ਨੇ ਜਿਨ੍ਹਾਂ ਦਾ ਜ਼ਿਆਦਾ ਕੰਮ ਚੱਲਦਾ ਪਿਆ, ਪਰ ਦੁਨੀਆ ਦੇ ਬਾਕੀ ਮੁਲਕ ਵੀ ਹੈ ਨੇ, ਉਹ ਵੀ ਸਰਵਾਈਵ ਕਰਦੇ ਪਏ ਨੇ। ਇੰਡੀਆ ਨੇ ਬੜੀ ਵੈਕਸੀਨੇਸ਼ਨ ਬਹੁਤ ਬਣਾਈ ਹੈ, ਚਾਈਨਾ ਨੇ ਬਣਾਈ ਹੈ, ਰਸ਼ੀਆ ਨੇ ਤਿਆਰ ਕੀਤੀ ਹੈ, ਉਹ ਆਪਣੇ ਆਲੇ ਦੁਆਲੇ ਕੰਟਰੀਜ਼ ਨੂੰ ਸਪਲਾਈ ਕਰਦੇ ਪਏ ਨੇ। ਸੋ ਬਾਕੀ ਇਹਦੇ ਵਿੱਚੋਂ ਇੱਕ ਇਹ ਵੀ ਗੱਲ ਆਉਂਦੀ ਹੈ ਕਿ ਜਦੋਂ ਐਡਾ ਵੱਡਾ ਕੰਮ ਹੋਇਆ, ਜਿਹੜੀ ਮਾਸ ਵੈਕਸੀਨੇਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਦਾ ਰੇਟ, ਉਹਦਾ ਜਿਹੜਾ ਕਾਸਟ ਹੈ ਨਾ, ਉਹ ਬੜੀ ਇੰਪੋਰਟੈਂਟ ਹੈ ਜੀ। ਵੀ ਕਿੰਨੀ ਕੁ ਕਾਸਟ ਚਾਹੀਦੀ ਹੈ। ਜੇ ਤੁਸੀਂ ਇੱਕੋ ਚੀਜ਼ ਦੀ ਪ੍ਰੋਡਕਸ਼ਨ ਇੰਨੀ ਕਰਦੇ ਪਏ ਉਹਦੀ ਕਾਸਟ ਘਟਣੀ ਚਾਹੀਦੀ ਹੈ ਤਾਂ ਕਿ ਤੁਸੀਂ ਕਸਟਮਰ ਨੂੰ ਪਾਸ ਕਰ ਸਕੋ। ਹੁਣ ਸਾਡਾ ਤੇ ਕੰਟਰੀ ਹੈਗਾ, ਇਹ ਇੱਥੇ ਹੈਲਥ ਕੇਅਰ ਕਵਰਡ ਹੈ ਸਾਰਿਆਂ ਵਾਸਤੇ। ਸੋ ਸਾਨੂੰ ਤਾਂ ਨਹੀਂ ਫਿਕਰ ਕਰਨ ਦੀ ਜ਼ਰੂਰਤ ਵੀ ਕਿੰਨੇ ਪੈਸੇ ਤੁਸੀਂ ਇੰਜੈਕਸ਼ਨ ਲਈ ਦੇਣੇ ਨੇ, ਬਿਕਾਜ਼ ਅਸੀਂ ਟੈਕਸ ਪੇਅਰ ਆਲਰੇਡੀ ਪੇ ਕਰਨੇ ਆ। ਪਰ ਕਈ ਕੰਟਰੀ ਨੇ ਉਹ ਤੁਹਾਨੂੰ ਜੇਬ 'ਚੋਂ ਦੇਣੇ ਪੈਣੇ ਨੇ, ਜਦੋਂ ਜੇਬ 'ਚ ਦੇ ਰਹੇ ਹੋ ਫਿਰ ਪ੍ਰੋਬਲਮ ਹੁੰਦੀ ਹੈ। ਸੋ ਓਵਰਆਲ ਜਿਹੜਾ ਨਾ ਇਹ ਆਈ ਥਿੰਕ ਸਾਰਿਆਂ ਨੂੰ ਚਾਹੀਦਾ ਕਿ ਜਿੱਥੇ ਵੀ ਆਪਾਂ ਬੈਠੇ ਹਾਂ ਕਿਸੇ ਕੋਈ ਇਹਦੇ ਬਾਰੇ ਵਿਚਾਰ ਕਰੀਏ ਕਿ ਜਿਹੜਾ ਵੈਕਸੀਨੇਸ਼ਨ ਹੈ ਇਹਦੀ ਪ੍ਰੀਵੈਂਸ਼ਨ ਦੇ ਵਿੱਚ ਕੌਨਫੀਡੈਂਸ ਲੈਵਲ ਸਾਨੂੰ ਵਧਾਉਣਾ ਬੜਾ ਇੰਪੋਰਟੈਂਟ ਹੈ। ਉਹ ਤਾਂ ਬੇਸਡ ਔਨ ਦਾ ਫੈਕਟਸ, ਇਸ ਤਰ੍ਹਾਂ ਨਹੀਂ ਗੱਲਬਾਤ ਨਾਲ ਨਹੀਂ ਹੋਣਾ। ਕਿਉਂਕਿ ਪਿਛਲੇ 14 ਮਹੀਨਿਆਂ ਦੀ ਹਿਸਟਰੀ ਦੇਖ ਲਓ, ਜਦੋਂ ਸਾਰੇ ਰਿਲੈਕਸ ਹੋ ਗਏ ਸੀ, ਵੈਕਸੀਨੇਸ਼ਨ ਨਹੀਂ ਸੀ, ਤੇ ਪ੍ਰੋਬਲਮ ਆ ਗਈ। ਬਿਲਕੁਲ। ਸੋ ਡਾਕਟਰ ਚੀਮਾ, ਤੁਸੀਂ ਹਰ ਵਾਰ ਸਾਨੂੰ ਨੌਲੇਜ ਵੀ ਦਿੰਦੇ ਹੋ, ਸਾਨੂੰ ਦੱਸਦੇ ਹੋ ਕਿ ਕੀ ਕੁਝ ਹੋ ਰਿਹਾ, ਕੀ ਕੁਝ ਡਿਵੈਲਪਮੈਂਟ ਹੋ ਰਹੀਆਂ ਨੇ, ਤੇ ਨਾਲ ਹੁਣ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਕਿ ਫਰਸਟ ਡੋਜ਼ ਲੱਗ ਗਈ ਹੈ ਤੇ ਸਾਡੇ 'ਚ ਕੌਨਫੀਡੈਂਸ ਆਵੇ ਕਿ ਅਸੀਂ ਵੀ ਜਦੋਂ ਸਾਡੀ ਵਾਰੀ ਆਵੇ ਤਾਂ ਅਸੀਂ ਵੀ ਜਾ ਕੇ ਜਿਹੜਾ ਵੈਕਸੀਨ ਲਗਵਾਈਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਿਲਕੁਲ ਡਾਕਟਰ ਚੀਮਾ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਨੂੰ ਫਰਸਟ ਡੋਜ਼ ਲੱਗ ਗਈ ਹੈ ਤੇ ਸਾਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਹੈਲਥ ਕੇਅਰ ਪ੍ਰੋਵਾਈਡਰਸ ਨੂੰ ਵੀ ਇਹ ਡੋਜ਼ਸ ਲੱਗ ਰਹੀਆਂ ਨੇ, ਕੇਅਰ ਹੋਮ 'ਚ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਵੀ ਡੋਜ਼ ਲੱਗ ਰਹੀਆਂ ਨੇ, ਤੇ ਹੁਣ ਆਉਂਦੇ ਸਮੇਂ ਦੇ ਵਿੱਚ ਸਾਨੂੰ ਵੀ ਕਾਲਸ ਆਉਣ ਵਾਲੀਆਂ ਨੇ। ਸ਼ਾਇਦ ਸਾਨੂੰ ਥੋੜੀ ਦੇਰ ਬਾਅਦ ਆਉਣ, ਉਸ ਤੋਂ ਪਹਿਲਾਂ 80+ ਤੇ ਫਿਰ ਉਸ ਤੋਂ ਬਾਅਦ 50+ ਦੇ ਲੋਕਾਂ ਨੂੰ ਕਾਲ ਆਉਣਗੀਆਂ ਤੇ ਫਿਰ ਸਾਡੀ ਵਾਰੀ ਵੀ ਆਉਣ ਵਾਲੀ ਆ। ਉਦੋਂ ਤੱਕ ਸਾਨੂੰ ਕੌਨਫੀਡੈਂਸ ਸਿਸਟਮ 'ਚ ਬਣਾ ਕੇ ਰੱਖਣ ਦੀ ਲੋੜ ਹੈ ਕਿ ਜਿਹੜਾ ਸਿਸਟਮ ਸਾਨੂੰ ਵੈਕਸੀਨੇਟ ਕਰ ਰਿਹਾ ਉਹ ਇੱਕਦਮ ਵਧੀਆ ਤੇ ਸਾਡੇ ਲਈ ਹੈ, ਤਾਂ ਕਿ ਅਸੀਂ ਜਿਹੜਾ ਹੈ ਇਹ ਕੋਵਿਡ-19 ਤੋਂ ਛੁਟਕਾਰਾ ਪਾ ਲਈਏ। ਤੇ ਜਿਹੜੇ ਦੇਖ ਰਹੇ ਹੈ ਕਿ ਅਸੀਂ ਵੈਕਸੀਨ ਨਹੀਂ ਲਗਵਾਉਣੀ, ਉਹਨਾਂ ਨੂੰ ਵੀ ਕੌਨਫੀਡੈਂਸ ਜਿਹੜਾ ਹੈ ਉਹ ਆਪਣੇ ਆਪ 'ਚ ਜਗਾਉਣਾ ਚਾਹੀਦਾ, ਆਪਣੇ ਆਪ 'ਚ ਕੌਨਫੀਡੈਂਸ ਪੈਦਾ ਕਰਨਾ ਚਾਹੀਦਾ ਹੈ ਕਿ ਇਹ ਸਾਡੇ ਲਈ ਵਧੀਆ ਹੈ। ਤੇ ਅਸੀਂ ਜਿਸ ਤਰ੍ਹਾਂ ਪਹਿਲਾਂ ਵੈਕਸੀਨ ਲਗਵਾਉਂਦੇ ਆ, ਹੋਰ ਬਿਮਾਰੀਆਂ ਤੋਂ ਵੈਕਸੀਨ ਲਗਵਾਉਂਦੇ ਆ, ਤਾਂ ਕੋਵਿਡ-19 ਦੀ ਇਹ ਵੈਕਸੀਨ ਵੀ ਇਹ ਵਧੀਆ ਵੈਕਸੀਨ ਹੋਊਗੀ। ਤੁਹਾਡੇ ਤੱਕ ਇਸ ਤਰ੍ਹਾਂ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।